ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ, ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਲੱਕੜਹਾਰੇ ਦਾ ਨਾਮ ਸਰੇਨ ਸੀ। ਲੱਕੜਹਾਰੇ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੁਬਾਨ ਸੀ ਅਤੇ ਉਸਦੀ ਇੱਕ ਘਰਵਾਲੀ ਸੀ ਜਿਸ ਦਾ ਨਾਮ ਨਾਰਦਾ ਸੀ। ਲੱਕੜਹਾਰਾ ਬਹੁਤ ਹੀ ਮਿਹਨਤੀ ਇਨਸਾਨ ਸੀ। ਪਰਮਾਤਮਾ ਦੀ ਉਹ ਹਰ ਵੇਲੇ ਉਸਤਤ ਕਰਿਆ ਕਰਦਾ ਸੀ। ਆਪਣੇ ਕੰਮ ਦੇ ਨਾਲ ਉਸਨੂੰ ਬੜਾ ਸਨੇਹ ਸੀ, ਪਿਆਰ ਸੀ। ਆਪਣਾ ਕੰਮ ਕਰਦੇ ਵੇਲੇ ਵੀ ਉਸਨੇ ਪਰਮਾਤਮਾ ਦਾ ਗੁਣਗਾਨ ਕਰਿਆ ਕਰਨਾ। ਪਰ ਕਹਿੰਦੇ ਨੇ ਕਿ ਜੋ ਇਨਸਾਨ ਨੂੰ ਆਪਣੇ ਕੰਮ ਦੇ ਵਿੱਚੋਂ ਮਿਲਦਾ ਹੈ, ਕਈ ਵਾਰੀ ਉਸਨੂੰ ਹਾਲਾਤਾਂ ਦੇ ਨਾਲ ਸਮਝੌਤੇ ਕਰਨੇ ਪੈਂਦੇ ਹਨ। ਇਸ ਕਰਕੇ ਕਈ ਵਾਰੀ ਉਹ ਜਦੋਂ ਰੁੱਖ ਵੱਢ ਰਿਹਾ ਹੁੰਦਾ, ਕਿਤੇ ਨਾ ਕਿਤੇ ਉਸਨੂੰ ਮਹਿਸੂਸ ਹੁੰਦਾ ਕਿ ਮੈਂ ਕੋਈ ਨਾ ਕੋਈ ਨੁਕਸਾਨ ਕਰ ਰਿਹਾ ਹਾਂ। ਪਰ ਇਸ ਦੇ ਬਾਵਜੂਦ ਉਹ ਇਹ ਗੱਲ ਸੋਚਿਆ ਕਰਦਾ ਕਿ ਜੇਕਰ ਮੈਂ ਕੰਮ ਨਹੀਂ ਕਰਾਂਗਾ ਤੇ ਮੇਰੇ ਬੀਵੀ ਬੱਚੇ ਕੀ ਖਾਣਗੇ, ਤੇ ਜੇਕਰ ਇਹ ਕੰਮ ਮੈਂ ਨਹੀਂ ਕਰਾਂਗਾ ਤਾਂ ਮੇਰੀ ਥਾਂ ਤੇ ਕੋਈ ਹੋਰ ਕਰ ਲਵੇਗਾ। ਇਸ ਕਰਕੇ ਮੈਨੂੰ ਇਹ ਕੰਮ ਤਾਂ ਕਰਨਾ ਹੀ ਪੈਣਾ ਹੈ। ਇਸ ਕਰਕੇ ਉਹ ਪਰਮਾਤਮਾ ਤੋਂ ਸਮੇਂ-ਸਮੇਂ ਤੇ ਭੁੱਲ ਵੀ ਬਖਸ਼ਾ ਲੈਂਦਾ। ਦੂਜੇ ਪਾਸੇ ਕੀ ਸੀ ਕਿ ਉਸਨੇ ਬੱਚਾ ਇੱਕ ਬਹੁਤ ਵਧੀਆ ਥਾਂ ਤੇ ਪੜ੍ਹਨੇ ਪਾਇਆ ਹੋਇਆ ਸੀ। ਚੰਗੇ ਉਸਦੇ ਅਧਿਆਪਕ ਸਨ, ਉਸਨੂੰ ਪਰਮਾਤਮਾ ਨਾਲ ਵੀ ਜੋੜਦੇ ਸਨ, ਉਸਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਜਾਂਚ ਵੀ ਸਿਖਾਉਂਦੇ ਸਨ। ਉਸਦੀ ਘਰਵਾਲੀ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੇ ਪੁੱਤਰ ਤੋਂ ਕੋਈ ਕੰਮ ਨਹੀਂ ਕਰਵਾਉਣਾ, ਇਸ ਨੂੰ ਵਧੀਆ ਥਾਂ ਤੇ ਦੇਖਣਾ ਚਾਹੁੰਦੀ ਹਾਂ। ਲੱਕੜਹਾਰਾ ਉਸਨੂੰ ਅਕਸਰ ਕਿਹਾ ਕਰਦਾ ਕਿ ਦੇਖ, ਜੇ ਆਪਾਂ ਆਪਣੇ ਵਰਗੇ ਇੱਕ ਔਸਤ ਪਰਿਵਾਰ ਨੇ ਰੋਟੀ ਖਾਣੀ ਹੈ ਤਾਂ ਕੰਮ ਤਾਂ ਕਰਨਾ ਹੀ ਪਵੇਗਾ। ਪਰ ਫਿਰ ਵੀ ਉਹ ਇਹੀ ਆਖਿਆ ਕਰਦੀ ਕਿ ਕੋਈ ਗੱਲ ਨਹੀਂ, ਕੱਲ੍ਹ ਨੂੰ ਜਦੋਂ ਉਸਨੇ ਜਵਾਨ ਹੋਣਾ ਹੈ ਉਸ ਸਮੇਂ ਤੱਕ ਬਹੁਤ ਜ਼ਿਆਦਾ ਤਬਦੀਲੀ ਆ ਜਾਣੀ ਹੈ। ਸਾਲ ਬਹੁਤ ਜਲਦੀ ਲੰਘ ਗਏ। ਪੁੱਤਰ ਜਵਾਨ ਹੋ ਗਿਆ ਤੇ ਲੱਕੜਹਾਰਾ ਬਜ਼ੁਰਗ ਹੋ ਗਿਆ। ਜਦੋਂ ਉਹ ਬਜ਼ੁਰਗ ਹੋ ਗਿਆ ਤਾਂ ਉਸਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਹੁਣ ਮੇਰੀਆਂ ਬਾਜੂਆਂ ਦੇ ਵਿੱਚ, ਮੇਰੇ ਹੱਥਾਂ ਦੇ ਵਿੱਚ ਉਹ ਪਹਿਲਾਂ ਜਿੰਨੀ ਤਾਕਤ ਨਹੀਂ ਰਹੀ। ਹੁਣ ਮੈਂ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦਾ। ਵੈਸੇ ਵੀ ਉਦੋਂ ਤੱਕ ਮਹਿੰਗਾਈ ਦਾ ਦੌਰ ਆ ਚੁੱਕਿਆ ਸੀ ਤੇ ਉਸਨੂੰ ਮਹਿਸੂਸ ਹੋਣ ਲੱਗਿਆ ਕਿ ਮੈਂ ਇਕੱਲਾ ਕਮਾਈ ਕਰਦਾ ਰਵਾਂ, ਇਸ ਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੋਣਾ। ਹੋਵੇ ਨਾ ਹੋਵੇ ਮੈਂ ਆਪਣੇ ਪੁੱਤਰ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂ। ਉਸਨੇ ਆਪਣੇ ਪੁੱਤਰ ਨੂੰ ਇੱਕ ਦਿਨ ਕੋਲ ਬਿਠਾ ਕੇ ਕਿਹਾ ਕਿ ਦੇਖ, ਹੁਣ ਮੇਰੀ ਸਿਹਤ ਨਾਸਾਜ਼ ਰਹਿੰਦੀ ਹੈ। ਮੈਂ ਹਰ ਰੋਜ਼ ਕੰਮ ਤੇ ਨਹੀਂ ਜਾ ਸਕਦਾ। ਹਰ ਰੋਜ਼ ਲੱਕੜਾਂ ਵੱਢਣੀਆਂ ਮੇਰੇ ਲਈ ਮੁਸ਼ਕਲ ਹਨ। ਜੇਕਰ ਇੱਕ ਦਿਨ ਮੈਂ ਸਖਤ ਮਿਹਨਤ ਕਰ ਲਵਾਂ ਤੇ 2 ਦਿਨ ਮੈਥੋਂ ਉੱਠਿਆ ਨਹੀਂ ਜਾਂਦਾ। ਉਸਦਾ ਪੁੱਤਰ ਸੁਬਾਨ ਸਮਝ ਗਿਆ ਕਿ ਮੇਰਾ ਬਾਪ ਚਾਹੁੰਦਾ ਹੈ ਕਿ ਮੈਂ ਕੰਮ ਦੇ ਵਿੱਚ ਹੱਥ ਵਡਾਵਾਂ। ਉਹ ਆਪਣੇ ਬਾਪ ਦੇ ਗੋਡੇ ਕੋਲ ਹੋ ਕੇ ਬੈਠ ਗਿਆ ਤੇ ਕਹਿਣ ਲੱਗਿਆ ਕਿ ਮੈਂ ਸਮਝ ਗਿਆ ਹਾਂ, ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਮਿਹਨਤ ਕਰਾਂ ਤੇ ਮੈਨੂੰ ਇਸ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ। ਮੈਨੂੰ ਸਮਝਾ ਦਿਓ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕੱਲੀ ਗੱਲ ਦੱਸ ਦਿਓ ਤਾਂ ਕਿ ਮੈਂ ਇਸ ਧੰਦੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਵਾਂ, ਵਾਕਿਫ ਹੋ ਜਾਵਾਂ, ਤਾਂ ਕਿ ਮੈਨੂੰ ਇਸ ਧੰਦੇ ਦੇ ਵਿੱਚ ਦਿੱਕਤਾਂ, ਪਰੇਸ਼ਾਨੀਆਂ, ਮੁਸੀਬਤਾਂ ਨਾ ਆਉਣ। ਬਾਪ ਬੜਾ ਖੁਸ਼ ਹੋਇਆ। ਉਸਨੂੰ ਲੱਗਿਆ ਕਿ ਜਿਵੇਂ ਮੇਰਾ ਅੱਧਾ ਭਾਰ ਵੰਡਿਆ ਗਿਆ ਹੋਵੇ। ਉਸਨੂੰ ਸੁਭਾਨ ਤੋਂ ਇਹ ਉਮੀਦ ਨਹੀਂ ਸੀ। ਉਸਨੂੰ ਲੱਗਦਾ ਸੀ ਕਿ ਉਹ ਕੋਈ ਨਵੀਂ ਗੱਲ ਕਰੇਗਾ। ਉਹ ਕਿਤੇ ਇਹ ਨਾ ਕਹਿ ਦੇਵੇ ਕਿ ਮੈਨੂੰ ਕੋਈ ਹੋਰ ਧੰਦਾ ਵਧੀਆ ਲੱਗਦਾ ਹੈ। ਉਸਨੇ ਕਿਹਾ ਕਿ ਮੈਂ ਜਿੰਨੇ ਜੋਗਾ ਹਾਂ ਮੈਂ ਤੇਰੇ ਨਾਲ ਹਰ ਰੋਜ਼ ਜਾਇਆ ਕਰਾਂਗਾ, ਜਦੋਂ ਤੱਕ ਤੂੰ ਪਰਪੱਕ ਨਹੀਂ ਹੋ ਜਾਂਦਾ, ਜਦੋਂ ਤੱਕ ਤੂੰ ਬਰੀਕੀਆਂ ਨਹੀਂ ਸਿੱਖ ਲੈਂਦਾ। ਸੋ 1-2 ਦਿਨ ਉਹ ਆਪਣੇ ਪੁੱਤਰ ਨੂੰ ਨਾਲ ਲਿਜਾਂਦਾ ਰਿਹਾ, ਉਸਨੂੰ ਦਿਖਾਉਂਦਾ ਰਿਹਾ ਕਿ ਇਸ ਤਰ੍ਹਾਂ ਮਿਹਨਤ ਕਰੀਦੀ ਹੈ। ਤੀਜੇ ਕੁ ਦਿਨ ਉਹ ਫਿਰ ਬਿਮਾਰ ਹੋ ਗਿਆ ਤੇ ਕਹਿਣ ਲੱਗਾ ਕਿ ਪੁੱਤਰ, ਮੈਂ ਤੇਰੇ ਨਾਲ ਨਹੀਂ ਜਾ ਸਕਦਾ, ਪਰ ਮੈਂ ਤੈਨੂੰ ਮੁੱਖ ਗੱਲਾਂ ਸਮਝਾ ਦਿੱਤੀਆਂ ਨੇ। ਹੁਣ ਇਸ ਕਰਕੇ ਅੱਜ ਤੂੰ ਇਕੱਲਾ ਜਾ। ਜੋ ਕੁਛ ਵੀ ਤੂੰ ਵੱਢੇਂਗਾ ਉਹ ਤੂੰ ਬਾਜ਼ਾਰ ਦੇ ਵਿੱਚ ਵੇਚ ਕੇ, ਪੈਸੇ ਵੱਟ ਕੇ, ਕਮਾ ਕੇ ਲਿਆ ਕੇ ਆਪਦੀ ਮਾਂ ਦੀ ਤਲੀ ਤੇ ਧਰ ਦੇਵੀਂ। ਪੁੱਤਰ ਵੀ ਖੁਸ਼ ਸੀ ਕਿ ਅੱਜ ਮੈਂ ਪਹਿਲੇ ਦਿਨ ਕਮਾਈ ਕਰਨ ਜਾ ਰਿਹਾ ਹਾਂ। ਉੱਥੇ ਗਿਆ। ਜਦੋਂ ਪਹਿਲੇ ਰੁੱਖ ਨੂੰ ਉਹ ਟੱਕ ਲਾਉਣ ਲੱਗਿਆ, ਵੱਢਣ ਲੱਗਿਆ, ਜ਼ਰਬ ਕਰਨ ਲੱਗਿਆ ਤਾਂ ਦੇਖਦਾ ਹੈ ਕਿ ਉਸਦੇ ਉੱਪਰ ਤੇ ਕਈ ਪਰਿੰਦੇ ਨੇ, ਉਸਦੇ ਉੱਪਰ ਕਈ ਆਲ੍ਹਣੇ ਨੇ। ਉਸਦੇ ਮਨ ਵਿੱਚ ਦਇਆ ਆ ਗਈ, ਕਿਉਂਕਿ ਉਸਨੇ ਬਚਪਨ ਤੋਂ ਲੈ ਕੇ ਹੁਣ ਤੱਕ ਜਾਂ ਧਰਮ ਦੀ ਵਿੱਦਿਆ ਸਿੱਖੀ ਸੀ ਜਾਂ ਉਸਨੇ ਮਨੁੱਖੀ ਕਦਰਾਂ ਕੀਮਤਾਂ ਪੜ੍ਹੀਆਂ ਸਨ। ਸਿਆਣੇ ਲੋਕਾਂ ਦੀ ਸੰਗਤ 'ਚ ਰਿਹਾ ਸੀ, ਨਰਮ ਦਿਲ ਲੋਕਾਂ ਦੇ ਨਾਲ ਰਿਹਾ ਸੀ। ਇਸ ਕਰਕੇ ਸੁਭਾਵਿਕ ਗੱਲ ਹੈ, ਕੁਦਰਤ ਦੇ ਸੰਬੰਧੀ ਉਸਦਾ ਪਿਆਰ ਹੋਣਾ ਹੀ ਸੀ। ਉਸਦਾ ਦਿਲ ਨਹੀਂ ਮੰਨਿਆ। ਅਗਲੇ ਦਰਖਤ ਕੋਲ ਜਾਂਦਾ ਹੈ, ਉਸ 'ਤੇ ਵੀ ਕੁਛ ਆਲ੍ਹਣੇ ਹੁੰਦੇ ਨੇ। ਇਸ ਤਰੀਕੇ ਨਾਲ ਉਹ ਸੁਬਾਹ ਤੋਂ ਲੈ ਕੇ ਦੁਪਹਿਰ ਕਰ ਦਿੰਦਾ ਹੈ। ਬਹੁਤ ਸਾਰੇ ਦਰਖਤ ਦੇਖਦਾ ਹੈ, ਪਰ ਉਸਨੂੰ ਕੋਈ ਵੀ ਐਸਾ ਰੁੱਖ ਨਹੀਂ ਦਿਖਦਾ ਕਿ ਜਿਹਦੇ ਉੱਤੇ ਕੋਈ ਆਲ੍ਹਣਾ ਨਾ ਹੋਵੇ। ਉਹ ਚੁੱਪਚਾਪ ਆਪਣਾ ਕੁਹਾੜਾ ਆਪਣੀ ਕੱਛ ਵਿੱਚ ਮਾਰਦਾ ਹੈ ਤੇ ਘਰ ਨੂੰ ਵਾਪਸ ਪਰਤ ਆਉਂਦਾ ਹੈ। ਘਰੇ ਆਉਂਦਿਆਂ ਤੱਕ ਸ਼ਾਮ ਹੋ ਜਾਂਦੀ ਹੈ। ਬਾਪ ਬੜਾ ਖੁਸ਼ ਹੁੰਦਾ ਕਿ ਮੇਰਾ ਪੁੱਤਰ ਬਹੁਤ ਲੰਮਾ ਦਿਨ ਬਤੀਤ ਕਰਕੇ ਆਇਆ ਹੈ, ਸੋ ਇਸਨੇ ਚੰਗੀ ਚੋਖੀ ਕਮਾਈ ਕੀਤੀ ਹੋਵੇਗੀ। ਖੁਸ਼ੀ ਦੇ ਵਿੱਚ ਪੁੱਤਰ ਨੂੰ ਆਵਾਜ਼ ਮਾਰਦਾ ਹੈ ਕਿ ਸੁਭਾਨ ਪੁੱਤਰ, ਪਹਿਲਾਂ ਮੇਰੇ ਕੋਲ ਆ। ਆਪਣੀ ਘਰਵਾਲੀ ਨੂੰ ਆਵਾਜ਼ ਦਿੰਦਾ ਕਿ ਇਹਦੇ ਲਈ ਪਾਣੀ ਲੈ ਕੇ ਆ। ਦੋਵੇਂ ਉਸਦੇ ਕੋਲ ਆ ਜਾਂਦੇ ਨੇ। ਪੁੱਛਦਾ ਹੈ ਕਿ ਪੁੱਤਰ, ਕਿੰਨੇ ਕੁ ਦਰਖਤ ਵੱਢੇ ਤੇ ਕਿੰਨੀ ਕੁ ਕਮਾਈ ਕਰ ਲਿਆ? ਤੇ ਪੁੱਤਰ ਕਹਿੰਦਾ ਕਿ ਪਿਤਾ ਜੀ, ਮੇਰਾ ਦਿਲ ਨਹੀਂ ਮੰਨਿਆ। ਮੈਂ ਜਿਸ ਵੀ ਦਰਖਤ ਨੂੰ ਕੁਹਾੜਾ ਮਾਰਨ ਜਾਂਦਾ ਸੀ,
ਤੇ ਜਦੋਂ ਉੱਤੇ ਦੇਖਦਾ ਸੀ ਤੇ ਮੇਰਾ ਦਿਲ ਪਸੀਜ ਜਾਂਦਾ ਸੀ। ਮੇਰਾ ਹਿਰਦਾ ਨਰਮ ਹੈ, ਇਸ ਕਰਕੇ ਮੈਂ ਉਹਨਾਂ ਪਰਿੰਦਿਆਂ ਦਾ ਘਰ ਨਹੀਂ ਤਬਾਹ ਕਰ ਸਕਿਆ। ਮੇਰੇ ਦਿਲ ਨੇ ਇਜਾਜ਼ਤ ਨਹੀਂ ਦਿੱਤੀ, ਮੇਰੇ ਪ੍ਰਮਾਤਮਾ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ। ਸੋ ਚਾਹੁੰਦਿਆਂ ਹੋਇਆਂ ਵੀ ਮੈਂ ਇਹ ਕੰਮ ਨਹੀਂ ਕਰ ਸਕਿਆ। ਮੈਥੋਂ ਅੱਜ ਦਰਖਤ ਨਹੀਂ ਵੱਢੇ ਗਏ ਕਿਉਂਕਿ ਉਹਨਾਂ ਦੇ ਉੱਪਰ ਪਰਿੰਦਿਆਂ ਦੇ ਘਰ ਸੀ। ਮੈਂ ਕੱਲ੍ਹ ਨੂੰ ਫਿਰ ਜਾਵਾਂਗਾ, ਪਰ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦਾ, ਮੈਨੂੰ ਉਸ ਇਲਾਕੇ ਦੇ ਵਿੱਚ ਲੱਕੜਾਂ ਵੱਢਣ ਲਈ ਭੇਜੋ ਜਿੱਥੇ ਪਰਿੰਦਿਆਂ ਦੇ ਘਰ ਨਾ ਹੋਣ, ਆਲਣੇ ਨਾ ਹੋਣ। ਉਸਦਾ ਬਾਪ ਨਾਰਾਜ਼ ਬਹੁਤ ਹੋਇਆ। ਉਸਨੇ ਉਸਨੂੰ ਡਾਂਟਣਾ ਸ਼ੁਰੂ ਕਰ ਦਿੱਤਾ। ਆਪਣੀ ਘਰਵਾਲੀ ਦੇ ਸਾਹਮਣੇ ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਧੰਦੇ ਦੇ ਵਿੱਚ ਇਹ ਕਾਮਯਾਬ ਹੋ ਸਕੇਗਾ। ਉਸਦੀ ਘਰਵਾਲੀ ਨੇ ਕਿਹਾ ਕਿ ਇਹ ਇਸੇ ਤਰੀਕੇ ਦਾ ਹੈ, ਤੁਸੀਂ ਇਸ ਨੂੰ ਕੱਲ੍ਹ ਨਾ ਭੇਜਣਾ, 2-4 ਦਿਨ ਦਾ ਇਸ ਨੂੰ ਇੰਤਜ਼ਾਰ ਕਰਵਾਓ, ਉਦੋਂ ਤੱਕ ਇਸ ਦਾ ਮਨ ਠੀਕ ਹੋ ਜਾਵੇਗਾ ਤੇ ਇਸ ਨੂੰ ਨਵੀਂ ਜਗ੍ਹਾ ਭੇਜ ਦੇਣਾ। ਦੂਜੇ-ਤੀਜੇ ਦਿਨ ਉਸਦੇ ਬਾਪ ਨੇ ਉਸਨੂੰ ਬੁਲਾਇਆ, ਪਿਆਰ ਨਾਲ ਕਿਹਾ ਕਿ ਪੁੱਤਰ, ਮੈਂ ਤੈਨੂੰ ਨਵੀਂ ਥਾਂ ਦਾ ਜਿਹੜਾ ਪਤਾ ਟਿਕਾਣਾ ਦੇ ਰਿਹਾ ਨਾ, ਉਸ ਪਾਸੇ ਕੋਈ ਪਰਿੰਦੇ ਨਹੀਂ, ਉੱਥੇ ਕਿਸੇ ਪੰਛੀ ਦਾ ਆਲਣਾ ਨਹੀਂ, ਤੇ ਜਾ ਮੇਰਾ ਪੁੱਤਰ ਕਮਾਈ ਕਰਕੇ ਲਿਆ। ਹੁਣ ਜਦੋਂ ਉਹ ਉੱਥੇ ਜਾਂਦਾ ਹੈ, ਉਸਨੇ ਇੱਕ ਸਖਤ ਹਦਾਇਤ ਇਹ ਦਿੱਤੀ ਸੀ ਕਿ ਤੂੰ ਉੱਪਰ ਨਹੀਂ ਦੇਖਣਾ ਕਿ ਆਲਣਾ ਹੈ ਜਾਂ ਨਹੀਂ। ਆਲਣਾ ਹੋਵੇ ਜਾਂ ਨਾ ਹੋਵੇ, ਲੱਕੜਹਾਰੇ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ। ਆਪਾਂ ਆਪਣੇ ਘਰ ਚਲਾਉਣੇ ਹੈ, ਆਪਾਂ ਆਲਣਿਆਂ ਵੱਲ ਨਹੀਂ ਦੇਖ ਸਕਦੇ। ਉਸਦੇ ਬੇਟੇ ਨੇ ਉਹ ਗੱਲ ਆਪਣੇ ਪੱਲੇ ਬੰਨ੍ਹ ਲਈ। ਹੁਣ ਉਸਨੇ ਉੱਪਰ ਨਹੀਂ ਦੇਖਿਆ। ਜੜ੍ਹਾਂ ਵਿੱਚ ਧਿਆਨ ਸੀ ਤਾਂ ਉਸਨੇ ਦੇਖਿਆ ਕਿ ਇੱਕ ਬੜਾ ਕੀਮਤੀ ਫਲ, ਕੀਮਤੀ ਨਹੀਂ ਕਹਿ ਸਕਦੇ, ਐਸਾ ਫਲ ਜਿਹੜਾ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਦੇ ਵਿੱਚ ਪੈਂਦਾ ਸੀ। ਜਦੋਂ ਉਹ ਵੱਢਣ ਲੱਗਿਆ ਤਾਂ ਉਸਦੇ ਦਿਮਾਗ ਵਿੱਚ ਆਇਆ ਕਿ ਇਹ ਫਲ ਤਾਂ ਜੜ੍ਹਾਂ ਨੂੰ ਲੱਗਦਾ ਹੈ। ਜੇ ਮੈਂ ਇਹ ਦਰਖਤ ਵੱਢ ਦੇਵਾਂਗਾ ਤਾਂ ਇਹ ਫਲ ਸੁੱਕਣੇ ਸ਼ੁਰੂ ਹੋ ਜਾਣਗੇ। ਬਹੁਤ ਸਾਰੇ ਲੋਕ, ਹਜ਼ਾਰਾਂ ਲੋਕ ਜਿਹੜੇ ਇਸ ਦਵਾਈ ਨਾਲ ਠੀਕ ਹੁੰਦੇ ਨੇ, ਉਹਨਾਂ ਦੇ ਇਲਾਜ ਲਈ ਦਵਾਈ ਨਹੀਂ ਬਚੇਗੀ। ਸੋ ਉਹ ਇਲਾਕਾ ਉਸਨੇ ਛਾਣ ਮਾਰਿਆ, ਉਸਨੂੰ ਕੋਈ ਵੀ ਜਿਹੜਾ ਦਰਖਤ ਹੈ ਉਸ ਫਲ ਤੋਂ ਬਿਨਾਂ ਵਾਲਾ ਲੱਭਿਆ ਨਹੀਂ। ਉਸ ਦਿਨ ਵੀ ਉਹ ਖਾਲੀ ਬਾਹਾਂ ਲਟਕਾ ਕੇ ਘਰ ਵਾਪਸ ਪਰਤਿਆ। ਉਸ ਦਿਨ ਉਸਦਾ ਬਾਪ ਸ਼ਦੀਦ ਗੁੱਸੇ ਹੋਇਆ। ਉਸਨੇ ਉਸਨੂੰ ਕਿਹਾ ਕਿ ਜੇ ਤੂੰ ਅਗਲੀ ਵਾਰ ਵੀ ਇਹ ਕੰਮ ਨਾ ਕਰ ਸਕਿਆ ਤੇ ਮੈਂ ਤੈਨੂੰ ਇਸ ਘਰ ਤੋਂ ਸਦਾ ਦੇ ਲਈ ਬਾਹਰ ਕੱਢ ਦੇਣਾ। ਉਸਦੀ ਮਾਂ ਨੇ ਬਥੇਰੇ ਪਰਦੇ ਪਾਏ, ਪਰ ਨਹੀਂ, ਉਸਦੇ ਬਾਪ ਨੇ ਇੱਕ ਨਹੀਂ ਸੁਣੀ। ਤੇ ਤੀਜੀ ਵਾਰ ਉਸਨੇ ਕਿਹਾ ਕਿ ਮੈਂ ਤੈਨੂੰ ਐਸੀ ਥਾਂ ਤੇ ਭੇਜਦਾ ਹਾਂ, ਨਾ ਤਾਂ ਉੱਥੇ ਕੋਈ ਫਲ ਹਨ ਤੇ ਨਾ ਹੀ ਕੋਈ ਪਰਿੰਦੇ ਰਹਿੰਦੇ ਨੇ, ਤੇ ਮੈਂ ਤੇਰਾ ਇਸ ਵਾਰ ਕੋਈ ਵੀ ਬਹਾਨਾ ਨਹੀਂ ਸੁਣਨਾ। ਇਸ ਵਾਰ ਤੂੰ ਕਮਾਈ ਕਰਕੇ ਆਉਣਾ ਚਾਹੀਦਾ, ਨਹੀਂ ਤੇ ਇੱਕ ਗੱਲ ਪੱਲੇ ਬੰਨ੍ਹ ਲਾ, ਜੇ ਤੂੰ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਮੈਂ ਤੈਨੂੰ ਘਰ ਤੋਂ ਬਾਹਰ ਕੱਢ ਦੇਣਾ ਹੈ। ਜਦੋਂ ਉਹ ਪੁਰਾਣੇ ਦਰਖਤਾਂ ਵਾਲੀ ਥਾਂ ਤੇ ਜਾਂਦਾ ਹੈ, ਵੱਢਣ ਲੱਗਦਾ ਹੈ, ਤਾਂ ਮਨ ਵਿੱਚ ਉਸਦੇ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਕਿ ਇਹ ਦਰਖਤ ਬਹੁਤ ਪੁਰਾਣੇ ਨੇ, ਇਹਨਾਂ ਨੇ ਆਪਣੇ ਉੱਪਰ ਬੜਾ ਕੁਝ ਹੰਡਾਇਆ ਹੈ, ਇਹਨਾਂ ਨੇ ਹਰ ਇੱਕ ਕਿਸਮ ਦੇ ਇਨਸਾਨ ਨੂੰ ਛਾਂ ਕੀਤੀ ਹੈ, ਇਹਨਾਂ ਨੇ ਫਲ ਵੀ ਦਿੱਤੇ ਹੋਣੇ ਆ, ਕਿਸੇ ਜ਼ਮਾਨੇ ਦੇ ਵਿੱਚ ਜ਼ਰੂਰੀ ਜੜੀ ਬੂਟੀਆਂ ਵੀ ਦਿੱਤੀਆਂ ਹੋਣੀਆਂ ਨੇ। ਸਾਰੀ ਦੁਪਹਿਰ ਉਹ ਦੇਖਦਾ ਰਿਹਾ ਕਿ ਕੋਈ ਹੋਰ ਦਰਖਤ ਲੱਭ ਜਾਵੇ, ਦਰਖਤ ਨਹੀਂ ਲੱਭਿਆ। ਸ਼ਾਮ ਨੂੰ ਖਾਲੀ ਹੱਥ ਲੈ ਕੇ ਜਦੋਂ ਘਰ ਆਇਆ, ਬਾਪ ਬਹੁਤ ਗੁੱਸੇ ਹੋ ਗਿਆ। ਬਾਪ ਨੇ ਉਸ ਨੂੰ ਬਾਹੋਂ ਫੜਿਆ ਤੇ ਘਰ ਦੇ ਦਰਵਾਜ਼ੇ ਤੋਂ ਬਾਹਰ ਕਰ ਦਿੱਤਾ ਤੇ ਕਿਹਾ, ਉਦੋਂ ਘਰ ਪਰਤੀ ਜਦੋਂ ਜੇਬ ਦੇ ਵਿੱਚ 4 ਛਿਲੜਾਂ ਪਾ ਲਵੇਂਗਾ। ਰੋਂਦਾ ਕਰਲਾਉਂਦਾ ਘਰ ਤੋਂ ਬਾਹਰ ਚਲਿਆ ਗਿਆ। 2-4 ਮਹੀਨੇ ਗੁਜ਼ਰੇ, ਸਾਲ ਗੁਜ਼ਰ ਗਿਆ, 2-3 ਸਾਲ ਗੁਜ਼ਰੇ। ਹੁਣ ਮਾਂ ਪਿਓ ਦੋਵੇਂ ਬਹੁਤ ਰੋਂਦੇ। ਦੋਵਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਅਸੀਂ ਗਲਤ ਕੰਮ ਕਰ ਲਿਆ, ਬੱਚੇ ਨੂੰ ਘਰੋਂ ਨਹੀਂ ਸੀ ਕੱਢਣਾ। ਦੋਵੇਂ ਉਸ ਨੂੰ ਯਾਦ ਕਰਕੇ ਰੋਇਆ ਕਰਦੇ ਸੀ। ਇੱਕ ਦਿਨ ਦੁਪਹਿਰ ਦੇ ਵੇਲੇ ਇੱਕ ਰੱਥ ਉਹਨਾਂ ਦੇ ਘਰ ਦੇ ਬਾਹਰ ਆ ਕੇ ਖੜਾ ਹੋ ਗਿਆ। ਦੋਵੇਂ ਬੜੇ ਹੈਰਾਨ ਹੋਏ ਕਿ ਇਹ ਕੌਣ ਹੋਵੇ। ਜਿਹੜਾ ਵੀ ਇਨਸਾਨ ਉਸ ਰੱਥ ਦੇ ਵਿੱਚੋਂ ਨਿਕਲਿਆ, ਉਸਨੇ ਦੋਹਾਂ ਨੂੰ ਬੁਲਾ ਲਿਆ, ਬਿਠਾ ਲਿਆ ਨਾਲ, ਕਿਹਾ ਕਿ ਤੁਹਾਨੂੰ ਅੱਛੀ ਥਾਂ ਤੇ ਲੈ ਕੇ ਜਾਣਾ, ਰਾਜੇ ਦਾ ਹੁਕਮ ਹੈ। ਝਟਪਟ ਉਹ ਰੱਥ ਦਰਬਾਰ ਪਹੁੰਚ ਗਿਆ। ਦਰਬਾਰ ਜਾ ਕੇ ਹੈਰਾਨ ਹੁੰਦੇ ਕਹਿੰਦੇ ਕਿ ਰਾਜੇ ਨੇ ਸਾਨੂੰ ਕਿਉਂ ਬੁਲਾਇਆ, ਕੋਈ ਸਜ਼ਾ ਦੇਣੀ ਹੈ। ਇਹਨੇ ਨੂੰ ਉਹਨਾਂ ਨੂੰ ਆਵਾਜ਼ ਪੈਂਦੀ ਹੈ ਕਿ ਪਿਤਾ ਜੀ, ਮਾਤਾ ਜੀ ਬੜੇ ਹੈਰਾਨ ਹੁੰਦੇ ਨੇ। ਇਹ ਉਹਨਾਂ ਦਾ ਪੁੱਤਰ ਸੁਬਾਨ ਸੀ। ਇਹ ਅਸਲ ਦੇ ਵਿੱਚ ਹੁਣ ਰਾਜਾ ਬੰਦੀ ਕਗਾਰ ਤੇ ਸੀ, ਰਾਜੇ ਦਾ ਵਜ਼ੀਰ ਸੀ। ਅੱਜ ਤੋਂ 3 ਸਾਲ ਪਹਿਲਾਂ ਜਦੋਂ ਇਸ ਨੂੰ ਘਰੋਂ ਕੱਢਿਆ ਸੀ ਤਾਂ ਰਾਜੇ ਨੇ ਦੇਖਿਆ ਕਿ ਇਸ ਦਾ ਰੁੱਖਾਂ ਨਾਲ, ਪਰਿੰਦਿਆਂ ਨਾਲ, ਵਾਤਾਵਰਨ ਨਾਲ ਬੜਾ ਪਿਆਰ ਸੀ। ਉਸ ਵੇਲੇ ਰਾਜੇ ਨੇ ਇਸ ਨੂੰ ਆਪਣੇ ਮਹਿਲ ਦੇ ਵਿੱਚ ਬਤੌਰ ਮਾਲੀ ਨੌਕਰੀ ਦੇ ਦਿੱਤੀ ਸੀ। ਫਿਰ ਹੌਲੀ-ਹੌਲੀ ਇਸ ਦੀ ਜ਼ਹੀਨੀਅਤ ਦੇਖਦਿਆਂ ਇਸ ਨੂੰ ਰਾਜ ਵਿੱਚ ਚੰਗੀ ਥਾਂ ਤੇ ਰਾਜੇ ਨੇ ਤਾਇਨਾਤ ਕੀਤਾ ਤੇ ਹੁਣ ਇਹ ਰਾਜਾ ਬਣਨ ਵਾਲਾ ਸੀ। ਰਾਜ ਨੇ ਇਸ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਸੀ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਕੰਮ ਧੱਕੇ ਦੇ ਨਾਲ ਦੱਸ ਰਿਹਾ ਹੈ ਤੇ ਤੁਸੀਂ ਉਸੇ ਲੀਹ ਤੇ ਪੈਣਾ ਹੈ। ਕਈ ਵਾਰ ਪ੍ਰਮਾਤਮਾ ਨੇ ਸਾਡੇ ਲਈ ਹੋਰ ਬੜਾ ਕੁਝ ਸੋਚਿਆ ਹੁੰਦਾ ਹੈ। ਸਭ ਤੋਂ ਵੱਡੀ ਸਿੱਖਿਆ ਉਹ ਇਹ ਦਿੰਦਾ ਹੈ ਕਿ ਜੇਕਰ ਅਸੀਂ ਕੁਦਰਤ ਦੇ ਨਾਲ ਪਿਆਰ ਕਰਾਂਗੇ, ਪਰਿੰਦਿਆਂ ਦੇ ਨਾਲ, ਪ੍ਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਇਕੱਲੇ ਹਿੱਸੇ ਦੇ ਨਾਲ ਜੇ ਸਾਨੂੰ ਪਿਆਰ ਹੋਵੇਗਾ ਨਾ, ਤੇ ਕਾਦਰ ਸਾਨੂੰ ਹਰ ਇੱਕ ਉਸ ਚੀਜ਼ ਦੇ ਨਾਲ ਨਵਾਜ਼ ਦੇਵੇਗਾ ਜਿਹੜੀ ਚੀਜ਼ ਦੀ ਅਸੀਂ ਕਾਮਨਾ ਕਰਦੇ ਹਾਂ। ਸੋ ਸਾਨੂੰ ਕੁਦਰਤ ਦੇ ਨਾਲ, ਪੰਛੀਆਂ, ਪਰਿੰਦਿਆਂ ਦੇ ਨਾਲ, ਵਾਤਾਵਰਨ ਦੀਆਂ ਜ਼ਰੂਰੀ ਚੀਜ਼ਾਂ ਦੇ ਨਾਲ ਪਿਆਰ ਹੋਣਾ ਵੀ ਬਹੁਤ ਜ਼ਰੂਰੀ ਹੈ।